ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਬਚਨ ਹੈ, ਜਿਸ ਦੀ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਾਂਗੇ। ਪਾਤਸ਼ਾਹ ਕਹਿੰਦੇ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ। ਜਦੋਂ ਗੁਰਬਾਣੀ ਦੇ ਅੰਦਰ ਪਾਤਸ਼ਾਹ ਨੇ ਆਤਮਿਕ ਸੋਝੀ ਬਖਸ਼ੀ ਹੈ, ਤਾਂ ਜਿਹੜੇ ਪ੍ਰਮਾਣ ਦਿੱਤੇ ਗਏ ਉਹ ਸਾਨੂੰ ਸਮਝਾਉਣ ਵਾਸਤੇ ਵਾਰੀ ਤੌਰ ਤੇ ਵੀ ਦਿੱਤੇ ਗਏ, ਤਾਂ ਕਿ ਸਾਨੂੰ ਜੋ ਸਾਡਾ ਬ੍ਰਹਮ ਹੈ ਉਸ ਦੀ ਸੋਝੀ ਹੈ, ਜਿਹੜੀ ਜਾਣਕਾਰੀ ਹੈ, ਸੌਖੀ ਆ ਸਕੇ। ਜਿਵੇਂ ਇੱਥੇ ਵੀ ਪਾਤਸ਼ਾਹ ਨੇ ਪ੍ਰਮਾਣ ਦਿੱਤਾ ਹੈ ਕਿ ਵਾਰੀ ਤੌਰ ਤੇ ਜੋ ਸਾਨੂੰ ਸਰੀਰ ਦਿਸਦਾ ਹੈ, ਜਿਸ ਦੇ ਉੱਪਰ ਵੀ ਧੂੜੀ ਮਿੱਟੀ ਪੈ ਜਾਵੇ, ਭਾਵ ਮੈਲਾ ਹੋ ਜਾਵੇ, ਤਾਂ ਇਹਨੂੰ ਪਾਣੀ ਦੇ ਨਾਲ ਧੋਤਾ ਜਾਂਦਾ ਹੈ, ਸਾਫ਼ ਕੀਤਾ ਜਾਂਦਾ ਹੈ, ਤੇ ਸਾਫ਼ ਸਰੀਰ ਨੂੰ ਵੇਖ ਕੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਪਰ ਇੱਕ ਗੱਲ ਥੋੜ੍ਹੀ ਜਿਹੀ ਕਿ ਧਿਆਨ ਨਾਲ ਦੇਖਿਓ, ਇੱਥੇ ਸ਼ਬਦ ਭਰੀਐ ਹੱਥ ਪੈਰ ਤਨ ਦੇ। ਹੁਣ ਜਿਹੜੀ ਧੂੜੀ ਜਾਂ ਮਿੱਟੀ ਘੱਟਾ ਜੋ ਵੀ ਕੁਛ ਹੈ, ਉਹ ਸਾਡੇ ਸਰੀਰ ਦੇ ਅੰਦਰ ਭਰਦਾ ਨਹੀਂ ਹੈ, ਉਹ ਮਿੱਟੀ ਪੈਂਦੀ ਹੈ। ਬਾਹਰਲੇ ਸਰੀਰ ਦੇ ਉੱਪਰ ਆ ਕੇ ਮਿੱਟੀ ਕੋਈ ਪੈ ਜਾਂਦੀ ਹੈ, ਭਰਦੀ ਥੋੜ੍ਹਾ ਹੈ। ਭਰੀ ਤਾਂ ਜਾਂਦੀ ਹੈ, ਜਿਵੇਂ ਗੁਬਾਰਾ ਹੈ, ਉਹਦੇ ਵਿੱਚ ਹਵਾ ਭਰੀ ਜਾਂਦੀ ਹੈ। ਹੁਣ ਇੱਥੇ ਸ਼ਬਦ ਹੈ ਭਰੀ ਹੈ। ਜਦੋਂ ਅਸੀਂ ਪੰਜਾਬੀ ਦੀ ਜਿਹੜੀ ਵਰਣਮਾਲਾ ਹੈ ਉਹਦੇ ਵਿੱਚ ਦੇਖਾਂਗੇ, ਪੱਪਾ ਫੱਫਾ ਬੱਬਾ ਭੱਬਾ ਮੰਮਾ, ਉਹਦੇ ਵਿੱਚ ਹੀ ਅੱਖਰ ਇਹ ਆਉਂਦਾ ਉਸ ਲਾਈਨ ਦੇ ਵਿੱਚ। ਇੱਥੇ ਅਸੀਂ ਆਪਣੀ ਬੁੱਧੀ ਦੇ ਨਾਲ ਜੋ ਗੁਰ ਕਿਰਪਾ ਦੁਆਰਾ ਸਾਨੂੰ ਮਿਲੀ ਹੈ, ਅਸੀਂ ਸਮਝਣਾ ਵੀ ਕਿ ਸ਼ਬਦ ਪਰੀ ਹੈ। ਪੱਬਾ ਪਾ ਕੇ ਸਾਡੀ ਪਾਤਸ਼ਾਹ ਨੇ ਸਾਡੇ ਧਿਆਨ ਨੂੰ ਖਿੱਚਣਾ ਚਾਹਿਆ, ਵੀ ਜਿਵੇਂ ਇੱਕ ਟੀਚਰ ਬੱਚਿਆਂ ਨੂੰ ਪੜ੍ਹਾਉਂਦਾ ਹੁੰਦਾ, ਉਹ ਦੇਖਣਾ ਚਾਹੁੰਦਾ ਵੀ ਕਿਹੜਾ ਬੱਚਾ ਮੇਰੇ ਵੱਲ ਨੂੰ ਧਿਆਨ ਨਾਲ ਪੜ੍ਹਦਾ ਹੈ, ਕਿਹੜਾ ਨਹੀਂ ਪੜ੍ਹਦਾ। ਉਹ ਵਿੱਚੋਂ ਕੋਈ ਨਾ ਕੋਈ ਸ਼ਬਦ ਛੱਡਦਾ, ਤੇ ਜੇ ਕੋਈ ਸਿਆਣਾ ਬੱਚਾ ਹੁੰਦਾ ਜਿਹਦਾ ਧਿਆਨ ਜ਼ਿਆਦਾ ਹੁੰਦਾ, ਉਹ ਉਦੋਂ ਹੀ ਕਹਿੰਦਾ ਵੀ ਇੱਥੇ ਕੁਝ ਕਮੀ ਹੈ, ਤੇ ਜਿਹਦਾ ਧਿਆਨ ਹੀ ਨਹੀਂ ਹੁੰਦਾ ਉਹ ਲੱਗਿਆ ਰਹਿੰਦਾ। ਸੋ ਇਸੇ ਤਰ੍ਹਾਂ ਹੀ ਇੱਥੇ ਵੀ ਪਾਤਸ਼ਾਹ ਨੇ ਸਾਡਾ ਧਿਆਨ ਖਿੱਚਿਆ ਕਿ ਭਰੀ ਹੈ ਕਿ ਪਰੀ ਹੈ। ਅਸਲ ਵਿੱਚ ਪਰੀ ਹੈ। ਭਰੀ ਹੈ ਤੇ ਪਰੀ ਹੈ ਇੱਕੋ ਹੀ ਗੱਲ ਨਹੀਂ ਹੈ। ਭਰਨੀ ਹੁੰਦੀ ਹੈ ਕਿਸੇ ਚੀਜ਼ ਦੇ ਵਿੱਚ, ਚੀਜ਼ ਨੂੰ ਭਰ ਜਾਣੀ। ਪਰੀਆ ਹੁੰਦਾ ਕਿਸੇ ਚੀਜ਼ ਦੇ ਉੱਪਰ ਪੈ ਜਾਣੀ। ਬਾਹਰਲੀ ਧੂੜੀ ਮਿੱਟੀ ਸਾਡੇ ਉੱਤੇ ਪੈਂਦੀ ਹੈ। ਉਸ ਤੋਂ ਅੱਗੇ ਜਿਹੜਾ ਇੱਕ ਵਚਨ ਆਊਗਾ, ਉੱਥੇ ਦੇਖਿਓ, ਉੱਥੇ ਭਰੀਆ ਸ਼ਬਦ ਹੈ। ਜਦੋਂ ਅੱਗੇ ਜਾ ਕੇ ਬਚਨ ਹੋਣਾ ਨਾ, ਭਰੀਏ ਮਤ ਪਾਪਾਂ ਕੇ ਸੰਗ, ਉੱਥੇ ਭਰੀਆ ਸ਼ਬਦ ਸਹੀ ਹੈ। ਇੱਥੇ ਜਿਹੜਾ ਭਰੀਆ ਸ਼ਬਦ ਪਰੀਆ ਸ਼ਬਦ ਹੈ। ਪੜ੍ਹਨਾ ਇਹਨੂੰ ਇਹ ਨਾ ਹੁਣ ਸਮਝ ਲਓ ਵੀ ਕਿਤੇ ਭਰੀਏ ਨੂੰ ਤੁਸੀਂ ਪਰੀਏ ਹੀ ਪੜ੍ਹਨ ਲੱਗ ਜਾਵੋ। ਪੜ੍ਹਨਾ ਸ਼ਬਦ ਭਰੀਏ ਹੀ ਹੈ, ਪਰ ਸਾਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਸਾਡਾ ਧਿਆਨ ਖਿੱਚਿਆ ਪਾਤਸ਼ਾਹ ਨੇ ਵੀ ਵਾਕਈ ਤੁਹਾਡਾ ਧਿਆਨ ਵੀ ਹੈ ਮੇਰੀ ਗੱਲ 'ਚ। ਅਸੀਂ ਦੇਖਣਾ ਕਿ ਇਹ ਸ਼ਬਦ ਭਰੀਏ ਹੀ ਹੈ ਲਿਖਿਆ ਹੋਇਆ ਪਾਤਸ਼ਾਹ ਨੇ। ਵੈਸੇ ਸ਼ਬਦ ਭਰੀਏ ਬਣਦਾ ਕਿਉਂਕਿ ਧੂੜੀ ਤਾਂ ਉੱਤੇ ਪੈਂਦੀ ਹੈ। ਜਦੋਂ ਟੀਚਰ ਨੂੰ ਬੱਚਾ ਦੱਸਦਾ ਵੀ ਨਹੀਂ ਜੀ ਆਏ, ਉਹ ਕਹਿੰਦਾ ਵੀ ਹਾਂ ਵਾਕਈ ਗੱਲ ਤੇਰੀ ਠੀਕ।
ਇਹਦਾ ਮਤਲਬ ਤੇਰਾ ਮੇਰੀ ਗੱਲ 'ਚ ਧਿਆਨ ਹੈ। ਸੋ ਪਰੀਐ ਹੱਥ ਪੈਰ ਤਨ ਦੇ, ਜਿਹੜਾ ਆਹ ਸਰੀਰ ਹੈ ਇਹਦੇ ਉੱਤੇ ਧੂੜੀ ਸਾਡੇ ਪੈ ਜਾਂਦੀ ਹੈ। ਇਹ ਕਿਵੇਂ ਖਤਮ ਹੁੰਦੀ ਹੈ? ਪਾਣੀ ਧੋਤੈ ਉੱਤਰ ਸਖੇ, ਕਿ ਬਾਹਰ ਹੀ ਪਾਣੀ ਹੈ ਸਾਡੇ ਕੋਲ, ਉਸ ਪਾਣੀ ਦੇ ਨਾਲ ਜਿੰਨੇ ਵੀ ਇਹ ਉੱਤੇ ਧੂੜ ਪਈ ਹੁੰਦੀ ਹੈ, ਮਿੱਟੀ ਪਈ ਹੁੰਦੀ ਹੈ, ਮੈਲ ਲੱਗੀ ਹੁੰਦੀ ਹੈ, ਬਾਹਰਲੇ ਸਰੀਰ ਨੂੰ, ਕੱਪੜੇ ਨੂੰ, ਉਹ ਸਾਰੀ ਧੋਤੀ ਜਾਂਦੀ ਹੈ। ਉਹ ਖੇ ਹੈ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਸੋ ਇਸੇ ਤਰ੍ਹਾਂ ਹੀ ਜੇ ਮਲ ਮੂਤਰ ਨਾਲ ਕੱਪੜਾ ਮੈਲਾ ਹੋ ਜਾਂਦਾ ਤਾਂ ਅਸੀਂ ਉਸ ਨੂੰ ਸਾਬਣ ਨਾਲ ਧੋ ਕੇ ਸਾਫ਼ ਕਰ ਲੈਂਦੇ, ਤੇ ਧੋਤਾ ਹੋਇਆ ਉਹ ਵਸਤਰ, ਉਹ ਕੱਪੜਾ ਫਿਰ ਵਰਤੋਂ ਵਿੱਚ ਆ ਜਾਂਦਾ। ਸੋ ਇਸੇ ਤਰ੍ਹਾਂ ਹੀ ਬਾਹਰੀ ਤਨ ਦੇ ਵਸਤਰਾਂ ਦੀ ਜਿਹੜੀ ਸਮੱਸਿਆ ਹੈ ਉਸ ਦਾ ਅਸੀਂ ਇਲਾਜ ਕਰ ਲੈਂਦੇ ਹਾਂ ਤੇ ਫਿਰ ਅਸੀਂ ਖੁਸ਼ ਹੋ ਜਾਂਦੇ। ਹੁਣ ਗੱਲ ਪਾਤਸ਼ਾਹ ਨੇ ਬਾਹਰੀ ਕਰਕੇ ਨਾਲ ਹੀ ਅੰਦਰਲੀ ਵੀ ਸਮਝਾਉਂਦੇ ਆ ਵੀ ਇਹ ਤਾਂ ਤੁਸੀਂ ਰੋਜ਼ਮਰਾ ਜ਼ਿੰਦਗੀ 'ਚ ਕਰਦੇ ਹੀ ਹੋ, ਵੀ ਕਿਤੇ ਦੂਸਰੀ ਗੱਲ ਬਾਰੇ ਵੀ ਸੋਚਿਆ। ਹੁਣ ਬਚਨ ਆਉਂਦਾ ਭਰੀਐ ਹੱਥ ਭਰੀਐ ਮਤ ਪਾਪਾਂ ਕੈਸਾ। ਹੁਣ ਸ਼ਬਦ ਇੱਥੇ ਵੀ ਭਰੀਏ ਹੀ ਆ ਰਿਹਾ, ਇੱਥੇ ਭਰੀਐ ਸ਼ਬਦ ਸਹੀ ਵਰਤ ਰਹੇ ਕਿ ਜਿਹੜੀ ਸਾਡੀ ਮੱਤ ਹੈ, ਜਿਹੜੀ ਸਾਡੀ ਅਕਲ ਹੈ, ਉਹ ਭਰਦੀ ਹੈ, ਸਾਡੇ ਅੰਦਰ ਗਿਆਨ ਪੈਂਦਾ, ਅਸੀਂ ਗਿਆਨ ਲੈਂਦੇ ਹਾਂ, ਅਸੀਂ ਕਿਸੇ ਚੀਜ਼ ਨੂੰ ਖਿੱਚਦੇ ਹਾਂ। ਮੱਤ ਦੇ ਅੰਦਰ ਕਾਹਦੇ ਨਾਲ ਭਰਦੀ ਹੈ ਮੱਤ? ਪਾਪਾਂ ਨਾਲ। ਹੁਣ ਪਾਪ ਕੀ ਹੈ ਇਹ ਸਾਨੂੰ ਵੇਖਣਾ ਪਊਗਾ। ਸੋ ਹੇ ਮੇਰੇ ਮਨਾ, ਵੇਖ ਮੱਤ ਕਿਵੇਂ ਮਲੀਨ ਹੁੰਦੀ ਹੈ ਪਾਤਸ਼ਾਹ, ਤੇ ਪਾਪਾਂ ਨਾਲ ਹੁੰਦੀ ਹੈ। ਸੋ ਪਾਪ ਕੀ ਹੈ? ਗੁਰਬਾਣੀ ਅਨੁਸਾਰ ਮੈਂ ਜਿੰਨੀ ਕੁ ਵਿਚਾਰ ਕਰੂੰਗਾ ਗੁਰਬਾਣੀ ਮੁਤਾਬਕ ਹੀ ਕਰੂੰਗਾ, ਉਸ ਤਰ੍ਹਾਂ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਜੋ ਗੁਰਬਾਣੀ 'ਚ ਬਚਨ ਨੇ ਮੈਂ ਉਹਨਾਂ ਦੀ ਵਿਚਾਰ ਜ਼ਰੂਰ ਸਾਂਝੀ ਕਰਦਾ। ਗੁਰਬਾਣੀ ਅਨੁਸਾਰ ਭਾਣੇ ਦਾ ਵਿਰੋਧ ਕਰਨਾ, ਹੁਕਮ ਦਾ ਵਿਰੋਧ ਕਰਨਾ ਪਾਪ ਹੈ। ਹੇ ਮੇਰੇ ਮਨਾ, ਤੇਰੇ ਵਾਸਤੇ ਉਹ ਤੂੰ ਕਰਦਾ ਹੀ ਹੈ। ਜਿੰਨਾ ਚਿਰ ਤੂੰ ਭਾਣੇ ਦਾ ਵਿਰੋਧ ਕਰੇਂਗਾ, ਬਾ ਗੁਰਬਾਣੀ ਦਾ ਵਿਰੋਧ ਕਰੇਂਗਾ, ਉਨਾ ਚਿਰ ਤੇਰੀ ਜਿਹੜੀ ਮੱਤ ਹੈ ਉਹ ਭਰਦੀ ਰਹੂਗੀ। ਤਾਂ ਹੀ ਪਾਤਸ਼ਾਹ ਨੇ ਬਚਨ ਲਿਖਿਆ ਸੀ ਨਾ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕੱਠਾ। ਜੇ ਤਾਂ ਨਾਮ ਦੀ ਗੱਲ ਆਉਣ ਲੱਗੀ ਫਿਰ ਤਾਂ ਨਾਮ ਨਾਲ ਭਰਨ ਲੱਗ ਜਾਣੀ ਹੈ। ਤੇ ਜੇ ਪਹਿਲਾਂ ਹੀ ਪਾਪਾਂ ਨਾਲ ਭਰੀ ਹੋਈ ਉਧਰੋਂ ਅਸੀਂ ਨਾਮ ਲੈਣ ਲੱਗ ਜਾਈਏ, ਪਾਪ ਛੱਡ ਦਈਏ, ਭਾਣੇ ਦਾ ਵਿਰੋਧ ਕਰਨਾ ਛੱਡ ਦਈਏ, ਤਾਂ ਨਾਮ ਦਾ ਜਿਹੜਾ ਜਲ ਉਹ ਹਿਰਦੇ 'ਚ ਪਈ ਚੱਲੇ ਤਾਂ ਉਹਨੇ ਇਹ ਮੈਲ ਕੱਢ ਕੇ ਬਾਹਰ ਮਾਰਨੀ ਹੈ। ਜਿਵੇਂ ਗੰਦੇ ਪਾਣੀ ਦਾ ਕੋਈ ਕਟੋਰਾ ਭਰ ਕੇ ਅਸੀਂ ਟੂਟੀ ਦੇ ਥੱਲੇ ਰੱਖ ਦੀ ਤੇ ਉੱਪਰੋਂ ਚਲਾ ਦਈਏ ਟੂਟੀ, ਤੇ ਟੂਟੀ 'ਚੋਂ ਸਾਫ਼ ਪਾਣੀ ਉਹਦੇ ਵਿੱਚ ਡਿੱਗੀ ਚੱਲੇ ਤਾਂ ਇੱਕ ਦਿਨ ਉਹ ਗੰਦਾ ਪਾਣੀ ਸਾਰਾ ਨਿਕਲ ਜਾਂਦਾ। ਸੋ ਗੁਰਬਾਣੀ ਵੀ ਕਹਿੰਦੀ ਹੈ, ਰੰਗ ਲਾਗਤ 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 ਹੈ, ਜਮ ਭਾਗਤ 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 ਹੈ। ਪਰ ਗਿਆਨ ਵੀ ਸਹੀ ਹੋ, ਉਹ ਪਾਣੀ ਵੀ ਜਿਹੜਾ ਟੂਟੀ ਵਾਲਾ ਉਹ ਵੀ ਸਹੀ ਹੋਵੇ, ਇਹ ਨਾ ਹੋਵੇ ਕਿਤੇ ਉਹ ਪਾਣੀ ਉਹ ਵੀ ਗੰਦਾ ਹੀ ਹੋਵੇ। ਸੋ ਜੇ ਉਹੀ ਪਾਣੀ ਗੰਦਾ ਹੀ ਹੋਇਆ ਤੇ ਪਹਿਲਾਂ ਵੀ ਗੰਦਾ ਪਾਣੀ ਆ, ਫਿਰ ਤਾਂ ਵੱਧਦਾ ਹੀ ਹੋਊਗਾ ਨਾ। ਸੋ ਹੇ ਮੇਰੇ ਮਨ, ਉਹ ਤੂੰ ਕਰਦਾ ਹੀ ਆ। ਆਪਣੀ ਸੋਚ ਸੋਚ ਕੇ ਮਤ ਮਲੀਨ ਹੁੰਦੀ। ਸੋ ਕਈ ਵਾਰ ਸਾਡੇ ਮਨ ਦੇ ਵਿੱਚ ਇਹ ਵੀ ਖਿਆਲ ਆਉਂਦੇ ਕਿ ਰੱਬ ਨੇ ਆਹ ਕੀ ਕਰਤਾ, ਜੇ ਰੱਬ ਐਂ ਕਰ ਦਿੰਦਾ, ਜੇ ਐਂ ਹੋ ਜਾਂਦਾ, ਮੈਂ ਇੰਝ ਕਰ ਸਕਦਾ ਹਾਂ, ਮੈਂ ਉਹ ਕਰ ਸਕਦਾ ਹਾਂ। ਇਸ ਤਰ੍ਹਾਂ ਦੀ ਹਰ ਵੇਲੇ ਸੋਚ ਰੱਖਣੀ, ਇਹ ਭਾਣੇ ਦਾ ਵਿਰੋਧ ਹੈ।
ਅਸੀਂ ਸੋਚ ਇਹ ਰੱਖਣੀ ਹੈ ਕਿ ਗੁਰਬਾਣੀ ਕੀ ਕਹਿੰਦੀ ਹੈ, ਅਸੀਂ ਉਵੇਂ ਮੰਨਣ ਦੀ ਕੋਸ਼ਿਸ਼ ਕਰੀਏ। ਜਾਂ ਕੋਈ ਜਿਹੜਾ ਸਤਿਪੁਰਖ ਹੈ ਜਿਹਨੇ ਗੁਰਬਾਣੀ ਦੀ ਸੋਝੀ ਪੂਰੀ ਪ੍ਰਾਪਤ ਕੀਤੀ ਹੋਈ ਹੈ, ਉਹ ਸਾਨੂੰ ਦੱਸਦਾ ਵੀ ਭਾਈ ਗੁਰਬਾਣੀ ਐਂ ਕਹਿੰਦੀ, ਆਪਾਂ ਐਂ ਕਰਨਾ ਹੈ। ਉਸ ਗੱਲ ਨੂੰ ਅਸੀਂ ਮੰਨਦੇ ਚੱਲੀਏ। ਤੇ ਜਾਂ ਸਾਡੇ ਕੋਲ ਗੁਰਬਾਣੀ ਹੈ, ਅਸੀਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰੀਏ। ਤਾਂ ਫਿਰ ਜਿਹੜੀ ਪਾਪ ਹੈ, ਜਿਹੜੀ ਸਾਡੇ ਅੰਦਰ ਭਾਣੇ ਦੀ ਵਿਰੋਧਤਾ ਚੱਲਦੀ ਹੈ, ਉਹ ਖਤਮ ਹੋ ਜਾਵੇਗੀ। ਸੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਇਹੀ ਗੱਲ ਹੈ। ਕਾਲਾ ਹੋਆ ਸਿਆਹੋ, ਸੋ ਇਹੀ ਸੋਚਾਂ ਹੀ ਰਹਿੰਦੀਆਂ ਨੇ। ਉਸੇ ਤਰ੍ਹਾਂ ਹੀ ਅਸੀਂ ਸੋਚੀ ਜਾਂਦੇ ਹਾਂ, ਪਰ ਹੁੰਦਾ ਉਹੀ ਹੈ ਜੋ ਪਰਮੇਸ਼ਰ ਨੂੰ ਭਾਉਂਦਾ। ਮਤ ਮਲੀਨ ਹੋਣ ਤੇ ਹੀ ਨਾਮ ਦੀ ਪ੍ਰਾਪਤੀ ਨਹੀਂ। ਮਤ ਨੂੰ ਸ਼ੁੱਧ ਕਰਨ ਵਾਸਤੇ ਗੁਰਬਾਣੀ ਹੈ। ਜਿਵੇਂ ਭਾਂਡਾ ਧੋਣ ਵਾਸਤੇ ਵੀ ਪਹਿਲਾਂ ਪਾਣੀ ਹੁੰਦਾ ਹੈ। ਹੁਣ ਮੈਲੇ ਭਾਂਡੇ 'ਚ ਅਸੀਂ ਪਾਣੀ ਸਾਫ਼ ਹੁੰਦਾ ਉਹ ਪਾ ਕੇ ਤਾਂ ਰੱਖਦੇ ਹੀ ਨਹੀਂ। ਸਾਫ਼ ਪਾਣੀ ਦੇ ਨਾਲ ਹੀ ਅਸੀਂ ਮੈਲਾ ਭਾਂਡਾ ਧੋਨੇ ਹਾਂ, ਫਿਰ ਉਹਦੇ ਵਿੱਚ ਸਾਫ਼ ਪਾਣੀ ਪਾ ਕੇ ਰੱਖਦੇ। ਇਸੇ ਤਰ੍ਹਾਂ ਹੀ ਹੇ ਮੇਰੇ ਮਨਾ, ਤੂੰ ਜਿਹੜੀ ਮੈਲ ਲਾਈ ਬੈਠੀ ਹੈ, ਤੇਰੀ ਮੈਲ ਧੋਣ ਵਾਸਤੇ ਗੁਰਬਾਣੀ ਹੈ। ਜੋ ਗੁਰਬਾਣੀ 'ਚ ਪਾਤਸ਼ਾਹ ਨੇ ਸ਼ੁੱਧ ਸਿੱਖਿਆ ਤੈਨੂੰ ਦਿੱਤੀ ਹੈ, ਤੂੰ ਮੰਨੀ ਚੱਲ। ਭਾਂਡਾ ਧੋਤਾ ਜਾਊਗਾ, ਤੇ ਫਿਰ ਜਦੋਂ ਭਾਂਡਾ ਧੋਤਾ ਗਿਆ, ਉਸ ਤੋਂ ਬਾਅਦ ਜਿਹੜੀ ਬਾਣੀ ਹੈ ਉਹ ਵਿੱਚ ਪਾ ਲੈਣੀ ਹੈ। ਤਾਂ ਭਾਵ ਕਿ ਇਸੇ ਗੁਰਬਾਣੀ ਦਾ ਜਿਹੜਾ ਹੋਰ ਡੂੰਘਾ ਗਿਆਨ ਹੈ, ਜਿਹੜੀ ਡੂੰਘੀ ਜਾਣਕਾਰੀ ਹੈ, ਉਹ ਹਿਰਦੇ 'ਚ ਪੈਣ ਲੱਗ ਜਾਣੀ ਹੈ। ਫਿਰ ਤੈਨੂੰ ਸੂਖਸ਼ਮ ਸੋਝੀ ਆਉਣ ਲੱਗ ਜਾਣੀ ਹੈ। ਸੋ ਭਾਵੇਂ ਅਸੀਂ ਕੁਝ ਵੀ ਕਰੀ ਚੱਲੀਏ, ਜਿਵੇਂ ਪਹਿਲਾਂ ਯੋਗ ਬਣਨਾ ਪੈਂਦਾ ਹੈ। ਯੋਗ ਗੁਰਬਾਣੀ ਤੋਂ ਸਮਝ ਕੇ ਬਣਿਆ ਜਾਵੇਗਾ, ਫਿਰ ਮੰਗ ਹੋਵੇਗੀ ਨਾਮ ਦੀ, ਤੇ ਨਾਮ ਮਿਲਦਾ ਹੀ ਸੰਤੋਖੀ ਨੂੰ ਹੈ। ਭਾਵ ਕਿ ਸ਼ੁੱਧ ਭਾਂਡੇ ਵਿੱਚ ਹੀ ਵਸਤੂ ਪੈਂਦੀ ਹੈ। ਸੰਤੋਖੀ ਬਣਦਾ ਹੀ ਭਾਣੇ 'ਚ ਚੱਲ ਕੇ ਹੈ। ਪੂਰਾ ਸੰਤੋਖੀ ਵੀ ਹੋ ਜਾਵੇ, ਨਾਮ ਫਿਰ ਵੀ ਮੰਗਣਾ ਹੀ ਪੈਂਦਾ। ਭਾਂਡਾ ਭਾਵੇਂ ਸਾਫ਼ ਹੀ ਹੋਵੇ, ਤੇ ਵਸਤੂ ਲੈਣ ਲਈ ਤਾਂ ਕਹਿਣਾ ਹੀ ਪੈਂਦਾ, ਭਾਈ ਪਾਣੀ ਪਾ ਦਿਓ, ਦੁੱਧ ਪਾ ਦਿਓ, ਦਾਲ ਪਾ ਦਿਓ। ਭਾਂਡਾ ਸਾਫ਼ ਕਰਕੇ, ਮਨ ਸਾਫ਼ ਕਰਕੇ, ਸ਼ੁੱਧ ਕਰਕੇ, ਫੇਰ ਹੀ ਵਸਤੂ ਪੈਂਦੀ। ਤੇ ਜੇ ਨਹੀਂ ਮੰਗਦਾ ਕਿ ਭਾਂਡਾ ਸਾਫ਼ ਕਰ ਲਿਆ, ਵਸਤੂ ਨਹੀਂ ਮੰਗਦਾ, ਫਿਰ ਵਾਲਾ ਕੋਈ ਤੂੰ ਤਾਂ ਹੰਕਾਰੀ ਹੈ। ਸੋ ਨਾਮ ਮੰਗਣਾ ਹੀ ਪੈਂਦਾ ਹੈ। ਭਗਤਾਂ ਨੇ ਨਾਮ ਮੰਗ ਕੇ ਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਸੋ ਨਾਮ ਸਦਾ ਹੀ ਮੰਗਦੇ ਰਹਿਣਾ ਚਾਹੀਦਾ, ਕਿਉਂਕਿ ਨਾਮ ਲਗਾਤਾਰ ਆਉਣ ਵਾਲੀ ਚੀਜ਼ ਹੈ। ਇਸੇ ਕਰਕੇ ਪਾਤਸ਼ਾਹ ਨੇ ਆਖਿਆ ਨਾ ਵੀ ਆਖਣ ਔਖਾ ਸੱਚਾ ਨਾਮ। ਅਤੇ ਨਾਮ ਇੱਕੋ ਹੀ ਗੱਲ ਹੈ, ਪਰ ਸਾਡੀ ਭਾਸ਼ਾ ਵਿੱਚ ਦੋਨੇ ਅੱਖਰ ਵੱਖੋ ਵੱਖਰੇ ਨੇ, ਨਾਉ ਤੇ ਨਾਮ। ਨਾਮ ਵੀ ਉਹਨੂੰ ਹੀ ਕਹਿੰਦੇ ਆ, ਨਾਉ ਨੂੰ ਵੀ ਉਹਨੂੰ ਹੀ ਕਹਿੰਦੇ ਆ। ਸੋ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇਰਾ। ਦੋਨੇ ਗੱਲਾਂ ਪਾਤਸ਼ਾਹ ਨੇ ਦੱਸੀਆਂ ਨੇ ਕਿ ਜਿਹੜੀ ਸਾਡੀ ਮੱਤ ਹੈ, ਉਹ ਭਰਦੀ ਕਾਹਦੇ ਨਾਲ ਹੈ, ਤੇ ਉਹ ਸਾਫ਼ ਕਾਹਦੇ ਨਾਲ। ਸੋ ਭਾਣੇ ਵਿੱਚ ਚੱਲ ਕੇ ਹੀ ਨਾਮ ਦਾ ਰੰਗ ਚੜ੍ਹਦਾ ਹੈ, ਉਹ ਧੋਪੈ ਨਾਵੈ ਕੇਰਾ। ਭਾਣੇ ਵਿੱਚ ਚੱਲ ਕੇ ਗੁਣ ਨਜ਼ਰ ਆਉਂਦੇ ਹਨ, ਹੁਕਮ ਦੇ, ਪਰਮੇਸ਼ਰ ਦੇ। ਔਗਣ ਨਜ਼ਰ ਆਉਂਦੇ ਹਨ ਆਪਣੇ, ਕਿ ਮੈਂ ਕਿਵੇਂ ਭਾਣੇ ਦਾ ਵਿਰੋਧ ਕਰਦਾ ਰਿਹਾ। ਤੇ ਜੇ ਮੈਂ ਭਾਣੇ ਦਾ ਵਿਰੋਧ ਕਰਦਾ ਸੀ ਤਾਂ ਹੀ ਮੇਰੀ ਮੱਤ ਮਲੀਨ ਸੀ। ਹੁਣ ਭਾਣਾ ਮੰਨ ਲਿਆ ਤੇ ਮੱਤ ਸ਼ੁੱਧ ਹੈ। ਗੁਣ ਗਾਵਤ ਤੇਰੀ ਪੁੱਤਰ ਸਮੈਲ।
ਬਿਨ ਸਜਾਏ ਹਉਮੈ ਬਿਖ ਪੈਰ। ਬਿਨ ਸਜਾਂਦੀ ਭਾਣੇ ਵਿੱਚ ਰਹਿਣ ਨਾਲ ਮੈਲ ਉਤਰਦੀ ਹੈ, ਭਾਣੇ ਦਾ ਵਿਰੋਧ ਕਰਨ ਨਾਲ ਹੇ ਮੇਰੇ ਮਨਾ ਮੈਲ ਲੱਗਦੀ ਹੈ। ਸੋ ਅਸੀਂ ਆਪਣੀ ਮਰਜ਼ੀ ਦਾ ਤਿਆਗ ਹੀ ਪਾਪ ਦਾ ਤਿਆਗ ਹੈ। ਫਿਰ ਤੇਰਾ ਭਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ, ਨਾਨਕ ਮੰਗੇ ਵਾਲੀ ਅਵਸਥਾ ਆ ਜਾਂਦੀ ਹੈ। ਸੋ ਜਿਵੇਂ ਪਾਤਸ਼ਾਹ ਕਹਿੰਦੇ ਆ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆ, ਜੇ ਤਾਂ ਗੁਰ ਕੇ ਭਾਣੇ ਵਿੱਚ ਹੈ, ਹੁਕਮ ਨੂੰ ਮੰਨ ਰਿਹਾ ਹੈ, ਉਹਦੀ ਰਜ਼ਾ ਨੂੰ ਮੰਨ ਰਿਹਾ ਹੈ, ਇਹ ਤਾਂ ਸੋ ਸਿੱਖ ਸਖਾ ਬੰਧਪ ਹੈ, ਫਿਰ ਭਾਈ ਹੈ। ਆਪਣੇ ਭਾਣੇ ਜੋ ਚੱਲੈ ਭਾਈ, ਸੋ ਵਿਛੜ ਚੋਟਾਂ ਖਾਏ। ਜੇ ਕੋਈ ਆਪਣੇ ਭਾਣੇ ਵਿੱਚ ਚੱਲਦਾ ਫਿਰ ਉਹ ਵਿਛੜ ਜਾਂਦਾ, ਫਿਰ ਉਹਦੇ ਕੋਲ ਹੁਕਮ ਦੀ ਸੋਚ ਹੀ ਨਹੀਂ ਆਉਂਦੀ। ਉਹ ਆਖੀ ਜਾਂਦਾ ਕਿ ਮੈਂ ਹੁਕਮ ਦੇ ਵਿੱਚ ਹਾਂ, ਪਰ ਹੁਕਮ ਦੀ ਸੋਝੀ ਨਹੀਂ ਹੈ। ਸੋ ਵਿਛੜ ਚੋਟਾਂ ਖਾਇਓ, ਫਿਰ ਵਿਛੜ ਜਾਂਦਾ ਹੈ। ਫਿਰ ਉਹ ਇਸ ਭਵ ਸਾਗਰ ਦੇ ਵਿੱਚ ਹੀ ਗੇੜੇ ਦਿੰਦਾ ਰਹਿੰਦਾ, ਕਦੇ ਕੋਈ ਸਰੀਰ ਮਿਲ ਜਾਂਦਾ, ਕਦੇ ਕੋਈ ਸਰੀਰ ਮਿਲ ਜਾਂਦਾ। ਸੋ ਭਰੀ ਹੈ ਮੱਤ ਪਾਪਾਂ ਕੇ ਸੰਗ। ਜਿਹੜੀ ਮੱਤ ਹੈ, ਜਿਹੜੀ ਸਾਡੀ ਬੁੱਧੀ ਹੈ, ਜਿਹੜੀ ਸਾਡੀ ਅਕਲ ਹੈ, ਜਿਹੜਾ ਸਾਡਾ ਮਨ ਹੈ, ਮਨ ਹੀ ਭਾਣੇ ਦਾ ਵਿਰੋਧ ਕਰਦਾ। ਸੰਗੀ ਤਾਂ ਉਹਦਾ ਉਹੀ ਹੈ। ਚਾਹੇ ਤਾਂ ਮਨ ਨੂੰ ਸੰਗੀ ਹੁਕਮ ਦਾ ਬਣਾ ਲਓ, ਚਾਹੇ ਮਨ ਨੂੰ ਹੁਕਮ ਤੋਂ ਵਿਰੋਧ ਖੜੇ ਕਰ ਲਿਓ। ਜੇ ਤਾਂ ਬਣ ਗਿਆ ਭਾਣੇ ਦਾ ਸੰਗੀ, ਫਿਰ ਤਾਂ ਨਾਮ ਦਾ ਰੰਗ ਚੜੂਗਾ ਹੀ ਚੜੂਗਾ। ਜੇ ਭਾਣੇ ਦਾ ਸੰਗੀ ਨਾ ਬਣਿਆ, ਆਪਣੇ ਮੂਲ ਨਾਲ ਨਾ ਜੁੜਿਆ, ਫਿਰ ਹੁਕਮ ਦਾ ਵਿਰੋਧ ਕਰੂਗਾ। ਬੰਦਾ ਇੱਕੋ ਹੀ ਹੁੰਦਾ ਹੈ। ਕਿਸੇ ਵੇਲੇ ਉਹਦੀ ਸੋਚ ਬੜੀ ਇਮਾਨਦਾਰੀ ਦੀ ਹੋ ਜਾਂਦੀ ਹੈ, ਕਿਸੇ ਵੇਲੇ ਬੇਈਮਾਨੀ ਤੇ ਆ ਜਾਂਦਾ। ਇੱਕੋ ਹੀ ਗੁਰਮੁਖ ਬਣ ਜਾਂਦਾ, ਉਹੀ ਮਨਮੁਖ ਬਣ ਜਾਂਦਾ। ਉਨਾ ਚਿਰ ਗੁਰਮੁਖ ਹੈ ਜਿੰਨਾ ਚਿਰ ਬੁੱਧੀ ਗੁਰਦੇ ਨਾਲ ਜੁੜੀ ਹੈ, ਆਪਣੇ ਮੂਲ ਨਾਲ ਜੁੜੀ ਹੈ, ਸੁਗਿਆਨ ਪ੍ਰਾਪਤ ਕਰ ਰਹੀ ਹੈ। ਜਦੋਂ ਉਹੀ ਬੁੱਧੀ ਮਾਇਆ ਨਾਲ ਜੁੜਦੀ ਹੈ, ਮਨ ਨਾਲ ਜੁੜਦੀ ਹੈ, ਮਨਮਰਜ਼ੀ ਕਰਦੀ ਹੈ, ਭਾਣੇ ਦਾ ਵਿਰੋਧ ਕਰਦੀ ਹੈ, ਉਹਨਾਂ ਚਿਰ ਮਨਮੁਖ ਹੈ। ਹੇ ਮੇਰੇ ਮਨਾ, ਇਹ ਸਾਰੀ ਗੁਰਬਾਣੀ ਤੈਨੂੰ ਹੀ ਸੰਬੋਧਨ ਹੈ, ਤੇਰੇ ਵਾਸਤੇ ਹੀ ਉਪਦੇਸ਼ ਹੈ। ਇਸੇ ਉਪਦੇਸ਼ ਨੂੰ ਤੈਂ ਕਮਾਉਣਾ ਹੈ। ਇਹ ਹੁਣ ਤੇਰੀ ਆਪਣੀ ਮਰਜ਼ੀ ਹੈ। ਪਾਤਸ਼ਾਹ ਨੇ ਹਰ ਇੱਕ ਗੱਲ ਛੱਡੀ। ਇਹ ਗੱਲ ਠੀਕ ਹੈ ਕਿ ਜੋ ਵੀ ਕੁਝ ਹੋ ਰਿਹਾ ਉਹਦੇ ਭਾਣੇ 'ਚ ਹੋ ਰਿਹਾ, ਪਰ ਭਾਣੇ 'ਚ ਉਹ ਜਾਣ ਸਕਦਾ ਜਿਹਨੇ ਹੁਕਮ ਨੂੰ ਬੁੱਝਿਆ। ਪਹਿਲੀ ਗੱਲ ਤਾਂ ਭਾਣਾ ਜਾਣਨਾ ਵੀ ਜ਼ਰੂਰੀ ਹੈ, ਹੁਕਮ ਜਾਣਨਾ ਵੀ ਜ਼ਰੂਰੀ ਹੈ। ਜਿਵੇਂ ਪਾਤਸ਼ਾਹ ਨੇ ਕਿਹਾ, ਹੁਕਮੇ ਅੰਦਰ ਸਭ ਕੋ, ਵੀ ਸਾਰਾ ਕੁਝ ਹੁਕਮ 'ਚ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ। ਵੀ ਜੇ ਹੁਕਮ ਬੁੱਝ ਲਵੋ ਤਾਂ ਤੁਹਾਨੂੰ ਪਤਾ ਲੱਗੂਗਾ। ਜਿੱਦਣ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਹੁਕਮ ਦੇ ਵਿੱਚ ਹਾਂ, ਉਸ ਵੇਲੇ ਹਉਮੈ ਨਹੀਂ ਰਹਿੰਦੀ। ਚਿੱਤ ਦੇ ਅੰਦਰ ਭਰਮ ਕੋਈ ਨਹੀਂ, ਮਨ ਦੇ ਅੰਦਰ ਮੈਂ ਕੋਈ ਨਹੀਂ। ਦੋਨੇ ਚੀਜ਼ਾਂ ਤੋਂ ਜਦੋਂ ਮੁਕਤ ਹੈ ਜੋਤ, ਸਮਝ ਲੈਣਾ ਚਾਹੀਦਾ ਹੈ ਕਿ ਉਹ ਉਹਦੀ ਰਜ਼ਾ 'ਚ ਹੈ, ਉਹਦੇ ਭਾਣੇ 'ਚ, ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੈ। ਜਿੰਨਾ ਚਿਰ ਇਹ ਦੋਨੇ ਸਥਿਤੀਆਂ ਨਹੀਂ ਆਉਂਦੀਆਂ ਤਾਂ ਕਦੇ ਵੀ ਨਹੀਂ ਸਮਝਣਾ ਚਾਹੀਦਾ। ਕੋਸ਼ਿਸ਼ ਕਰਨੀ ਚਾਹੀਦੀ, ਉਦਮ ਕਰਨਾ ਚਾਹੀਦਾ, ਬਾਰ-ਬਾਰ ਗੁਰਬਾਣੀ ਸਮਝਣੀ ਚਾਹੀਦੀ ਹੈ, ਬਾਰ-ਬਾਰ ਗੁਰਬਾਣੀ ਦਾ ਜਪ ਕਰਨਾ ਚਾਹੀਦਾ ਕਿ ਕਿੱਥੋਂ ਕਮੀ ਆ ਰਹੀ ਹੈ। ਹਰ ਇੱਕ ਗੱਲ ਗੁਰਬਾਣੀ ਤੋਂ ਸਮਝਣ ਕੇ, ਵਿਚਾਰ ਕੇ ਆਪਣੇ ਤੇ ਲਾਗੂ ਕਰਨੀ ਚਾਹੀਦੀ। ਜਿਨ੍ਹਾਂ ਕੋਲ ਗੁਰਬਾਣੀ ਦੀ ਸੋਝੀ ਹੈ ਉਹਨਾਂ ਨਾਲ ਬੈਠਣਾ ਚਾਹੀਦਾ, ਵਿਚਾਰਾਂ ਕਰਨੀਆਂ ਚਾਹੀਦੀਆਂ ਨੇ, ਆਦਾਨ ਪ੍ਰਦਾਨ ਕਰਨਾ ਚਾਹੀਦਾ। ਕਿਸੇ ਵੀ ਗੱਲ ਨੂੰ ਅੱਖਾਂ ਮੀਚ ਕੇ ਨਹੀਂ ਮੰਨਣਾ ਚਾਹੀਦਾ, ਚਾਹੇ ਉਹ ਕੋਈ ਵੀ ਕਹਿ ਰਿਹਾ। ਜੇ ਕੋ ਕਹੈ ਕਰੈ ਵਿਚਾਰ,
ਜੇ ਕੋਈ ਵੀ ਕੁਝ ਕਹਿ ਰਿਹਾ, ਪਾਤਸ਼ਾਹ ਕਹਿੰਦੇ ਉਹਦੀ ਵਿਚਾਰ ਵੀ ਕਰ ਕਿ ਇਹ ਵਾਕਈ ਗੱਲ ਸਹੀ ਵੀ ਹੈਗੀ। ਕਿਉਂਕਿ ਆ ਜਿਹੜਾ ਜੀਵਨ ਹੈ ਬਹੁਤ ਬੇਸ਼ਕੀਮਤ ਜੀਵਨ ਹੈ। ਕਿਤੇ ਐਵੇਂ ਮਾੜ ਜੱਕ ਵੀ ਕਿਸੇ ਦੇ ਮਗਰ ਲੱਗ ਗਏ, ਰਾਹ ਗਲਤ ਪੈ ਗਏ, ਲੰਮਾ ਨਿਕਲ ਗਏ ਬਹੁਤ ਤੇ ਉਧਰੋਂ ਸਵਾਸ ਹੋ ਗਏ ਪੂਰੇ, ਫਿਰ ਕੀ ਕਰਾਂ? ਫਿਰ ਕਿਸੇ ਨੂੰ ਦੋਸ਼ ਤਾਂ ਦੇ ਨਹੀਂ ਸਕਦੇ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੇ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਤਾਂ ਫਿਰ ਕਿਸੇ ਦੀ ਉਸਤਤ ਵੀ ਨਹੀਂ ਕਰ ਸਕਦੇ, ਫਿਰ ਕਿਸੇ ਦੀ ਵਡਿਆਈ ਵੀ ਨਹੀਂ ਹੁੰਦੀ। ਜਦੋਂ ਦੋਸ਼ ਹੀ ਕਿਸੇ ਨੂੰ ਨਹੀਂ ਦੇਣਾ, ਫਿਰ ਵਡਿਆਈ ਵੀ ਕਿਸੇ ਦੀ ਨਹੀਂ ਹੈ। ਇਹ ਤਾਂ ਮਨਾ ਤੇਰੇ ਤੇ ਗੱਲ ਖੜਾਈ ਹੈ ਪਾਤਸ਼ਾਹ ਨੇ, ਵੀ ਤੂੰ ਕਿਸੇ ਨੂੰ ਫਿਰ ਦੋਸ਼ ਨਹੀਂ ਦੇ ਸਕਦਾ ਕਿ ਮੈਨੂੰ ਉਹਨੇ ਗਲਤ ਰਾਹ ਤੇ ਪਾਤਾ, ਮੈਨੂੰ ਇਸ ਤਰ੍ਹਾਂ ਕਰਦਾ। ਪਾਤਸ਼ਾਹ ਕਹਿੰਦੇ ਤੇਰੇ ਕੋਲ ਵੀ ਤਾਂ ਅਕਲ ਸੀ, ਤੇਰੇ ਕੋਲ ਵੀ ਤਾਂ ਬੁੱਧ ਹੈਗੀ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ। ਨਾਨਕ ਆਖੈ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਪਾਤਸ਼ਾਹ ਕਹਿੰਦੇ ਅਸੀਂ ਲਿਖ ਕੇ ਨਹੀਂ ਦੇ ਕੇ ਆਏ ਤੁਹਾਨੂੰ ਕਿ ਇਹ ਰਾਹ ਹੈ, ਇਹ ਹੈ ਅਸਲੀ ਰਸਤਾ। ਨਾਨਕ ਆਖੈ ਰਾਹ ਇਹ, ਕਿਹੜਾ ਰਾਹ ਹੈ? ਅਕਲੀ ਸਾਹਿਬ ਸੀ। ਅਕਲ ਦੇ ਨਾਲ ਸਾਹਿਬ ਦੀ ਸੇਵਾ ਕਰਨੀ ਹੈ। ਸਾਹਿਬ ਆ ਸਾਡਾ ਆਪਣਾ ਮੂਲ। ਨੀਤ ਨਵਾਂ, ਉਹ ਨਿਤ ਨਵਾਂ ਬਣਨਾ, ਉਹਨੇ ਨਿਤ ਨਵੀਂ ਸੋਝੀ ਆਉਣੀ ਹੈ ਉਹਨੂੰ। ਜਿਵੇਂ ਜਿਵੇਂ ਸਾਡੇ ਅੰਦਰੋਂ ਜਿਹੜੀ ਮੈਲ ਭਰੀ ਹੋਈ ਹੈ ਦੂਰ ਹੁੰਦੀ ਜਾਣੀ ਹੈ, ਤਿਵੇਂ ਤਿਵੇਂ ਸਾਨੂੰ ਸੋਝੀ ਆਊਗੀ। ਜਿਵੇਂ ਜਿਵੇਂ ਬਾਹਰਲਾ ਸਰੀਰ ਸਾਡਾ ਪਾਣੀ ਨਾਲ ਧੋ ਹੁੰਦਾ, ਸਾਡੇ ਸਰੀਰ ਤੇ ਖੇੜਾ ਆਉਂਦਾ। ਇਸੇ ਤਰ੍ਹਾਂ ਹੀ ਜਿਵੇਂ ਜਿਵੇਂ ਸਾਡੇ ਅੰਦਰੋਂ ਭਰਮ ਦੂਰ ਹੁੰਦਾ, ਵਹਿਮ ਦੂਰ ਹੁੰਦਾ, ਅਗਿਆਨਤਾ ਦੂਰ ਹੁੰਦੀ ਹੈ, ਤਿਵੇਂ ਤਿਵੇਂ ਸਾਡੇ ਅੰਦਰ ਰੌਸ਼ਨੀ ਵੱਧਦੀ ਹੈ, ਸੋਝੀ ਆਉਂਦੀ ਹੈ। ਸਾਨੂੰ ਵੀ ਆ ਤਾਂ ਪਖੰਡ ਹੈ, ਇਹ ਤਾਂ ਗੁਰਬਾਣੀ ਮੁਤਾਬਕ ਹੈ ਹੀ ਨਹੀਂ ਗੱਲ। ਦੂਜੇ ਦੀ ਜਿੱਡੀ ਮਰਜ਼ੀ ਭਾਵਨਾ ਹੋਵੇ, ਜਿੱਡਾ ਮਰਜ਼ੀ ਉਹਦਾ ਅਨੁਭਵ ਹੋਵੇ, ਪਰ ਜੋ ਗੁਰਬਾਣੀ ਨਾਲ ਮੇਲ ਨਹੀਂ ਖਾਂਦਾ ਤਾਂ ਦਰਗਾਹ 'ਚ ਪ੍ਰਵਾਨ ਨਹੀਂ ਹੈ। ਇਹ ਪਰਮੇਸ਼ਰ ਵੱਲੋਂ ਦਿੱਤਾ ਹੋਇਆ ਅਨੁਭਵ ਹੈ। ਗੁਰਬਾਣੀ ਪਰਮੇਸ਼ਰ ਦਾ ਅਨੁਭਵ ਹੈ। ਉਹਨੇ ਸਾਨੂੰ ਦੱਸਿਆ ਵੀ ਤੁਸੀਂ ਇਸ ਰਸਤੇ 'ਤੇ ਚੱਲੇ। ਅਸੀਂ ਪਰਮੇਸ਼ਰ ਵਾਲਾ ਅਨੁਭਵ ਛੱਡ ਕੇ ਆਪਣਾ ਕਰਨਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਸਾਨੂੰ ਤਰੱਕੀ ਨਹੀਂ ਹੋ ਰਹੀ ਜੀਵਨ ਦੇ ਵਿੱਚ, ਕਿਉਂਕਿ ਅਸੀਂ ਗੁਰੂ ਤੋਂ ਬਾਹਰ ਹੋ ਕੇ ਚੱਲਦੇ ਹਾਂ। ਗੁਰੂ ਪਰਮੇਸ਼ਰ ਹੈ, ਅਕਾਲ ਪੁਰਖ ਹੈ, ਸ਼ਬਦ ਹੈ, ਉਹਨੇ ਸਾਨੂੰ ਗੁਰ ਦਿੱਤਾ ਹੈ, ਗੁਰੂ ਨੇ ਗਿਆਨ ਦਿੱਤਾ ਹੈ ਕਿ ਇਸ ਗੱਲ ਨੂੰ ਮੰਨਦੇ ਆਏ। ਕਿਸੇ ਨੇ ਸਾਨੂੰ ਨਕਸ਼ਾ ਦੇਤਾ ਵੀ ਇਸ ਨਕਸ਼ੇ ਤੇ ਚੱਲਦੇ ਆਇਓ, ਮੰਜ਼ਿਲ ਤੇ ਪਹੁੰਚ ਜਾਓ। ਪਰ ਜੇ ਕੋਈ ਬੰਦਾ ਨਕਸ਼ੇ ਨੂੰ ਹੀ ਮੰਜ਼ਿਲ ਮੰਨ ਕੇ ਬੈਠ ਜਾਵੇ, ਫਿਰ ਤੋਂ ਮੰਜ਼ਿਲ ਤੇ ਤਾਂ ਨਹੀਂ ਜਾ ਸਕਦਾ। ਇਸੇ ਤਰ੍ਹਾਂ ਹੀ ਅਸੀਂ ਗੁਰਬਾਣੀ ਨੂੰ ਵੀ ਨਕਸ਼ਾ ਸੀ, ਗੁਰਬਾਣੀ ਸਾਡੇ ਕੋਲ, ਅਸੀਂ ਨੂੰ ਮੰਜ਼ਿਲ ਮੰਨ ਲਿਆ। ਗੁਰਬਾਣੀ ਮੰਜ਼ਿਲ ਨਹੀਂ ਹੈ, ਗੁਰਬਾਣੀ ਮਾਰਗ ਹੈ। ਗੁਰਬਾਣੀ ਸਾਨੂੰ ਕਿਤੇ ਲੈ ਕੇ ਜਾਂਦੀ ਹੈ। ਜਿੱਥੇ ਸਾਨੂੰ ਗੁਰਬਾਣੀ ਲੈ ਕੇ ਜਾਂਦੀ ਹੈ ਉੱਥੇ ਜਾਣਾ ਸਾਡਾ ਫਰਜ਼ ਹੈ। ਗੁਰਬਾਣੀ ਸਾਨੂੰ ਸਾਡੇ ਮੰਜ਼ਿਲ ਤੇ ਪਹੁੰਚਾਉਂਦੀ ਹੈ। ਗੁਰਬਾਣੀ 'ਚ ਹਰ ਇੱਕ ਚੀਜ਼ ਦੀ ਸਾਨੂੰ ਸੋਝੀ ਦਿੱਤੀ, ਨਕਸ਼ੇ ਦੇ ਉੱਪਰ ਸਾਰਾ ਕੁਝ ਸਮਝਾਇਆ ਹੁੰਦਾ। ਗੁਰਬਾਣੀ ਦੇ ਅੰਦਰ ਪਾਤਸ਼ਾਹੀਆਂ ਨੇ ਇੱਕ ਇੱਕ ਗੱਲ ਦੀ ਸਾਨੂੰ ਸੋਝੀ ਕਰਾਈ ਹੈ। ਜੋ ਵੀ ਕੁਝ ਸੰਸਾਰ 'ਚ ਵਰਤਦਾ ਧਰਮ ਦੇ ਨਾਂ ਦੇ ਉੱਪਰ, ਸਾਰਾ ਕੁਝ ਲਿਖਿਆ ਵੀ ਆਹ ਪਖੰਡ ਆ ਭਾਈ, ਇੱਧਰ ਨੂੰ ਨਾ ਜਾਇਓ, ਇੱਥੇ ਇਸ ਤਰੀਕੇ ਨਾਲ ਠੱਗੀ ਵੱਜਦੀ ਹੈ, ਇੱਥੇ ਇਸ ਤਰੀਕੇ ਨਾਲ ਠੱਗੀ ਵੱਜਦੀ ਹੈ, ਤੁਹਾਡਾ ਜੀਵਨ ਖਰਾਬ ਹੋ ਜਾਊਗਾ, ਇੱਧਰ ਨੂੰ ਤੁਸੀਂ ਜਾਣਾ ਹੀ ਨਹੀਂ। ਤਾਂ ਹੀ ਲਿਖਿਆ ਨਾ ਪਾਤਸ਼ਾਹ ਨੇ, ਸੋਧੇ ਸਿਮਰਤ ਸ਼ਾਸਤਰ ਸਗਲ, ਵੇਦ ਪੁਰਾਨ ਸਿਮਰਤੀ ਸੁਦੇ ਅੱਖਰ। ਕਹਿੰਦੇ ਅਸੀਂ ਸ਼ੁੱਧ ਕਰਕੇ ਤੁਹਾਨੂੰ ਅੱਖਰਾਂ 'ਚ ਗਿਆਨ ਦਿੱਤਾ। ਕੀਨੇ ਰਾਮ ਨਾਮ ਇੱਕ ਆਖਿਆ, ਕਿ ਜਿਹੜਾ ਰਾਮ ਦਾ ਨਾਮ ਹੈ ਉਹ ਤੁਹਾਨੂੰ ਅਸੀਂ ਆਹ ਦੱਸਤਾ ਵੀ ਭਾਈ ਆਹ ਹੈ।
ਤੁਸੀਂ ਆਲਾ ਦਾਲਾ ਨਾ ਝਾਕਿਓ, ਤੁਸੀਂ ਸਿੱਧਾ ਸਟੇਟ ਹਾਈਵੇ ਤੇ ਆਇਓ। ਤੁਸੀਂ ਲਿੰਕ ਰੋਡਾਂ ਤੇ ਕੀ ਕਰਨਾ? ਪਰ ਅਸੀਂ ਕੀ ਕਰਦੇ ਹਾਂ, ਅਸੀਂ ਹਾਈਵੇ ਛੱਡ ਕੇ ਲਿੰਕ ਰੋਡਾਂ ਤੇ ਨਹੀਂ ਜਾਂਦੇ, ਕਿਉਂਕਿ ਲਿੰਕ ਰੋਡਾਂ ਦੇ ਉੱਪਰ ਭੀੜ ਬਹੁਤ ਹੈ। ਹਾਈਵੇ ਤੇ ਤਾਂ ਭੀੜ ਹੀ ਨਹੀਂ ਹੁੰਦੀ। 8-8 9-9 ਲਾਈਨਾਂ ਨੇ, ਟਾਵੀਂ ਟਾਵੀਂ ਗੱਡੀ ਜਾਂਦੀ। ਜਿਹੜਾ ਆਂਦਾ ਲਿੰਕ ਰੋਡ ਉਹ ਛੋਟਾ ਹੁੰਦਾ, ਉੱਥੇ ਗੱਡੀਆਂ ਜ਼ਿਆਦਾ ਨੇ, ਭੀੜ ਹੁੰਦੀ ਹੈ, ਟਾਈਮ ਲੱਗਦਾ। ਅਸੀਂ ਮੇਲਾ ਦੇਖਣਾ ਚਾਹੁੰਦੇ ਹਾਂ, ਪਰ ਭੀੜ 'ਚ ਅਸੀਂ ਇਹ ਵੀ ਕਹੀ ਜਾਂਦੇ ਬੜੇ ਫਸੇ। ਚੰਗੇ ਭਲੇ ਹਾਈਵੇ ਤੇ ਜਾਂਦੇ ਦੀ ਛੱਡ ਕੇ ਇੱਥੇ ਐਵੇਂ ਆ ਗਏ। ਹੁਣ ਜਾਮ ਲੱਗਿਆ ਨਾ ਉੱਧਰ ਨਾ ਉੱਧਰ, ਪਰ ਜਾਮ ਦੇ ਵਿੱਚ ਵੀ ਕੀ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ ਨੇ, ਅਸੀਂ ਉੱਧਰ ਧਿਆਨ ਦੇਈ ਜਾਂਦੇ। ਸਾਡਾ ਚਿੱਤ ਉੱਥੇ ਲੱਗਿਆ ਰਹਿੰਦਾ। ਹਾਈਵੇ ਤੇ ਕੋਈ ਡਿੱਕਾ ਨਹੀਂ, ਚਿੱਤ ਲੱਗਣਾ ਹੀ ਨਹੀਂ ਕਿਤੇ, ਸਿੱਧਾ ਹੀ ਮੰਜ਼ਿਲ ਤੱਕ। ਇਸੇ ਤਰ੍ਹਾਂ ਹੀ ਜਿਹੜੀ ਗੁਰਬਾਣੀ ਦੀ ਡਾਇਰੈਕਟ ਸੋਝੀ ਆਉਂਦੀ ਹੈ ਉਹ ਹਾਈਵੇ ਹੈ, ਤੇ ਜਿਹੜੀ ਗੁਰਬਾਣੀ ਦੀ ਸੋਝੀ ਅਸੀਂ ਆਪਣੀ ਬੁੱਧੀ ਨਾਲ ਵਰਤਦੇ ਹਾਂ ਕਿ ਜੀ ਗੁਰਬਾਣੀ ਪੜ੍ਹਨ ਨਾਲ ਐਂ ਹੋ ਜਾਂਦਾ, ਕੋਈ ਕਹਿੰਦਾ ਇਸ ਤਰ੍ਹਾਂ ਹੋ ਜਾਂਦਾ, ਕੋਈ ਕਹਿੰਦਾ ਆਹ ਹੋ ਜਾਂਦਾ, ਉਹ ਅਸੀਂ ਜਾਮ 'ਚ ਜਾ ਕੇ ਫਸ ਜਾਂਦੇ ਹਾਂ। ਉਹ ਸਾਡੀ ਆਪਣੀ ਬੁੱਧੀ ਦੀ ਕਰਾਮਾਤ ਹੁੰਦੀ, ਉਹ ਸਾਡੇ ਆਪਣੇ ਅਨੁਭਵ, ਉਹਨਾਂ 'ਚ ਅਸੀਂ ਫਸ ਜਾਂਦੇ। ਫਿਰ ਸਾਨੂੰ ਕੋਈ ਰਾਹ ਨਹੀਂ ਲੱਭਦਾ। ਅਸੀਂ ਇਹ ਵੀ ਨਹੀਂ ਕਹਿੰਦੇ ਵੀ ਅਸੀਂ ਫਸ ਗਏ, ਕਿਉਂਕਿ ਜੇ ਕਹਾਂਗੇ ਵੀ ਅਲੱਗ ਕਹਿੰਦਾ ਵੀ ਤੂੰ ਪਾਗਲ ਸੀ। ਅਸੀਂ ਆਪਣੀ ਹਉਮੈ ਤੇ ਵੀ ਸੱਟ ਨਹੀਂ ਵੱਜਣੀ ਦੇਣਾ ਚਾਹੁੰਦੇ, ਪਰ ਫਸੇ ਹੋਏ ਮਹਿਸੂਸ ਵੀ ਕਰਦੇ। ਸੋ ਜੇ ਚਲੋ ਸੋਝੀ ਆ ਵੀ ਜਾਵੇ ਵੀ ਆਪਾਂ ਫਸ ਗਏ, ਤਾਂ ਕਿਵੇਂ ਨਾ ਕਿਵੇਂ ਤਰੀਕੇ ਉਹ ਜਾਮ 'ਚੋਂ ਨਿਕਲ ਕੇ ਹਾਈਵੇ ਤੇ ਆਉਣ ਦੀ ਗੱਲ ਦੁਬਾਰਾ ਕਰੀਏ ਵੀ ਜੋ ਹੋ ਗਿਆ ਸੋ ਹੋ ਗਿਆ। ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੈ ਮਾਰਗ ਪਾਵੈ। ਹੁਣ ਨਵੇਂ ਸਿਰੋਂ ਤਾਂ ਹਾਈਵੇ ਤੇ ਚੜਾਈਏ ਗੱਡੀ, ਨਵੇਂ ਸਿਰੋਂ ਤਾਂ ਗੁਰਬਾਣੀ ਤੇ ਸਮਰਪਿਤ ਹੋ ਜਾਈਏ, ਨਵੇਂ ਸਿਰੋਂ ਤਾਂ ਹੇ ਮੇਰੇ ਮਨਾ ਗੁਰਬਾਣੀ ਦੀ ਗੱਲ ਮੰਨ ਕਿ ਜੋ ਗੁਰਬਾਣੀ ਕਹਿੰਦੀ ਉਵੇਂ ਕਰਨਾ ਬਸ। ਫਿਰ ਜੀਵਨ ਦੇਖ ਕਿਵੇਂ ਜਾਂਦੀ ਹੈ ਗੱਡੀ। ਸ਼ਬਦ ਸੁਰਤ ਭਵ ਸਾਗਰ ਤਰੀਏ। ਸੋ ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।